सतनाम श्री वाहिगुरु साहिब जी। परम सन्मानयोग परम सत्कारयोग जुगो जुग अटल चबर छतर तख्त दे मालक जहरा जहूर हाजरा हजूर वाली है कुल आलम गरीब नवाज शब्द गुरु तख्त ते विराजमान दसो पातशाहियां दी जगदी जोत धन धन साहिब श्री गुरु ग्रंथ साहिब महाराज दी पावन पवित्र हजूरी दे अंदर जुड़ बैठी गुरु प्यारी गुरु सवारी गुरु रूप साध संगत जी, आओ मन बिरतियां नूं एकाग्रता बख्शिए और जो आपां साहिब श्री गुरु ग्रंथ साहिब महाराज दी पावन अलाही बाणी दी लड़ीवार विचार कर रहे हैं, आओ इस पावन विचार नूं अगे प्रारंभ करिए जी। सतनाम श्री वाहिगुरु साहिब जी। तेरे कवण कवन गुण कह कह गाव, तू साहिब गुड़ी नदाना, तुमरी महिमा वर्ण ना सकूं, तू ठाकर ऊच भगवाना। सतनाम श्री वाहिगुरु जी। आसावरी महला पंजवा, कारण करण तूहा अवर ना सुझाए मोहा, करहे सो होए हा सहज सुख सोये हा, धीरज मन भये हा प्रभ के दर पए मेरे मना। रहाओ परम परम
ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਦੇ ਪਾਵਨ ਪਵਿੱਤਰ ਸ਼ਬਦ ਜਿਨ੍ਹਾਂ ਤੋਂ ਅੱਜ ਦੀ ਇਸ ਪਾਵਨ ਵਿਸਾਰ ਨੂੰ ਪ੍ਰਾਰੰਭ ਕਰਨਾ ਹੈ, ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਹੋਏ ਇਹ ਪਾਵਨ ਸ਼ਬਦ ਰਾਗ ਆਸਾ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਕੱਦਸ ਅੰਗ 410 ਦੇ ਉੱਪਰ ਸੁਭਾਏਮਾਨ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਨੇ ਫਰਮਾਨ ਕੀਤਾ, ਕਾਰਨ ਕਰਨ ਤੂੰ ਹਾਂ, ਅਵਰ ਨਾ ਸੁਝੇ ਮੋਹ ਹਾਂ, ਕਰਹਿ ਸੋ ਹੋਈਏ ਹਾਂ, ਸਹਿਜ ਸੁਖ ਸੋਈਏ ਹਾਂ। ਧੀਰਜ ਮਨ ਭਏ ਹਾਂ, ਪ੍ਰਭ ਕੇ ਦਰ ਪਏ ਮੇਰੇ ਮਨਾ। ਹੇ ਮੇਰੇ ਮਨਾ, ਉਸ ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਇਉਂ ਆ ਕੇ ਅਰਦਾਸ ਕਰਿਆ ਕਰ। ਇਸ ਤਰ੍ਹਾਂ ਆ ਕੇ ਜੋਦੜੀ ਕਰਿਆ ਕਰ, ਬੇਨਤੀਆਂ ਕਰਿਆ ਕਰ ਤੇ ਕਿਆ ਕਰਕੇ, ਹੇ ਮੇਰੇ ਦਾਤਾ ਜੀ, ਕਾਰਨ ਕਰਨ, ਤੁਸੀਂ ਸਾਰੇ ਜਗਤ ਦੇ ਕਰਤਾ ਹੋ। ਕਾਰਨ ਕਰਨ ਦੇ ਅਰਥ ਕਿ ਤੁਸੀਂ ਉਸ ਸਾਰੇ ਜਗਤ ਦੇ ਰਚਨਹਾਰੇ ਹੋ, ਕਾਰਨ ਕਰਨ ਹੋ, ਬਣਾਉਣ ਵਾਲੇ ਹੋ। ਅਵਰ ਨਾ ਸੁਝੇ ਮੋਹਾ, ਤੇ ਮੇਰੇ ਦਾਤਾ ਤੇਰੇ ਤੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਸੁਝਦਾ ਜੋ ਇਹ ਤਾਕਤ ਰੱਖਦਾ ਹੋਵੇ, ਭਾਵ ਕਿ ਇਸ ਸਾਰੇ ਜਗਤ ਨੂੰ ਬਣਾਉਣ ਦੀ ਕੋਈ ਤਾਕਤ ਰੱਖਦਾ ਹੋਵੇ। ਸਤਿਗੁਰੂ ਕਹਿੰਦੇ, ਤੇਰੇ ਤੋਂ ਬਿਨਾ ਦਾਤਾ ਮੈਨੂੰ ਕੋਈ ਦੂਸਰਾ ਨਜ਼ਰ ਨਹੀਂ ਆਉਂਦਾ, ਦੂਸਰਾ ਮੈਨੂੰ ਕੋਈ ਸੁਝਦਾ ਨਹੀਂ। ਤੇ ਅੱਗੇ ਕਹਿੰਦੇ, ਹੇ ਮੇਰੇ ਦਾਤਾ ਜੀ, ਕਰਹਿ ਸੋ ਹੋਈਏ ਹਾਂ। ਜੋ ਕੁਝ ਤੁਸੀਂ ਕਰਦੇ ਹੋ ਉਹੀ ਕੁਝ ਜਗਤ ਦੇ ਵਿੱਚ ਹੁੰਦਾ ਹੈ, ਉਹੀ ਕੁਝ ਵਰਤਦਾ ਹੈ। ਜੋ ਤੁਹਾਨੂੰ ਚੰਗਾ ਲੱਗੇ, ਆਪ ਜੀ ਨੂੰ ਚੰਗਾ ਲੱਗੇ, ਕਰੇ ਸੋ ਜੋ ਤੁਸੀਂ ਕਰਦੇ ਹੋ ਹੋਈਏ ਹਾਂ, ਉਹੀ ਜਗਤ ਦੇ ਵਿੱਚ ਹੁੰਦਾ ਹੈ, ਉਹੀ ਕੁਝ ਵਰਤਦਾ ਹੈ। ਸਹਿਜ ਸੁਖ ਸੋਈਏ ਹਾਂ। ਅੱਗੇ ਸਤਿਗੁਰੂ ਕਹਿੰਦੇ ਕਿ ਹੇ ਮੇਰੇ ਮਨਾ, ਜੇ ਆਪਣੀਆਂ ਤੋਂ ਸਿਆਣਪਾਂ, ਆਪਣੀਆਂ ਚਤਰਾਈਆਂ ਛੱਡ ਕੇ ਉਸ ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਡਿੱਗ ਪਵੇਂ ਤਾਂ ਮਨ ਵਿੱਚ ਹੌਸਲਾ ਵੱਧ ਜਾਂਦਾ ਹੈ। ਧੀਰਜ ਮਨ ਭਏ ਹਾਂ, ਸਹਿਜ ਸੁਖ ਸੋਈਏ ਹਾਂ। ਧੀਰਜ ਮਨ ਭਏ ਹਾਂ, ਪ੍ਰਭ ਕੇ ਦਰ ਪਏ ਮੇਰੇ ਮਨਾ। ਹੇ ਮੇਰੇ ਮਨਾ, ਜੇ ਤੂੰ ਆਪਣੀਆਂ ਸਿਆਣਪਾਂ, ਆਪਣੀਆਂ ਚਤੁਰਾਈਆਂ ਛੱਡ ਕੇ ਪਰਮਾਤਮਾ ਦੇ ਦਰ ਤੇ ਡਿੱਗ ਪਈਏ ਤਾਂ ਮਨ ਵਿੱਚ ਹੌਸਲਾ ਵੱਜ ਗਿਆ। ਆਤਮਿਕ ਅਡੋਲਤਾ ਵਿੱਚ ਆਨੰਦ ਵਿੱਚ ਲੀਨ ਰਹਿ ਸਕੀਦਾ ਹੈ। ਸਹਿਜ ਸੁਖ, ਤਾਂ ਫਿਰ ਤੂੰ ਆਤਮਿਕ ਅਡੋਲਤਾ ਵਿੱਚ ਰਹਿ ਸਕਦਾ ਹੈ।
ਆਤਮਿਕ ਆਨੰਦ ਮਾਣ ਸਕਦਾ ਹੈ ਜਿੰਨਾ ਚਿਕਰ ਤੇਰੇ ਅੰਦਰ ਆਪਣੀਆਂ ਸਿਆਣਪ ਹੋਵੇਗੀ, ਆਪਣੀ ਚਤੁਰਾਈ, ਆਪਣੀਆਂ ਚਲਾਕੀਆਂ ਲੈ ਕੇ ਗੁਰੂ ਦੇ ਦਰ 'ਤੇ ਆਵੇਂਗਾ ਨਾ, ਤੂੰ ਕਦੇ ਸੁੱਖ ਮਾਣ ਹੀ ਨਹੀਂ ਸਕਦਾ। ਕਿਉਂਕਿ ਮੈਂ ਬੜੇ ਵਾਰ ਬੇਨਤੀ ਕੀਤੀ ਵੀ ਅਸੀਂ ਸਤਿਗੁਰੂ ਤੋਂ ਸਿਆਣੇ ਨਹੀਂ ਆ, ਅਸੀਂ ਗੁਰੂ ਤੋਂ ਸਿਆਣੇ ਨਹੀਂ ਹੋ ਸਕਦੇ। ਇਸ ਕਰਕੇ ਸਤਿਗੁਰੂ ਕਹਿੰਦੇ ਆਪਣੀਆਂ ਸਾਰੀਆਂ ਸਿਆਣਪਾਂ ਚਤੁਰਾਈਆਂ ਛੱਡ ਪ੍ਰਮਾਤਮਾ ਦੇ ਦਰ 'ਤੇ ਡਿੱਗ ਪੈ, ਮਨ ਵਿੱਚ ਹੌਸਲਾ ਵੱਜ ਜੂ ਅਤੇ ਆਤਮਿਕ ਅਡੋਲਤਾ ਵਿੱਚ ਆਨੰਦ ਵਿੱਚ ਲੀਨ ਹੋ ਜਾਵੇਗਾ। ਅੱਗੇ ਹੁਣ ਸਤਿਗੁਰੂ ਕਹਿੰਦੇ ਸਾਧੂ ਸੰਗਮੇਹਾ ਪੂਰਨ ਸੰਜਮੇਹਾ ਜਬ ਤੇ ਛੁੱਟੇ ਆਪ ਹਾਂ ਤਬ ਤੇ ਮਿਟੇ ਤਾਪ ਹਾਂ ਕਿਰਪਾ ਧਾਰੀਏ ਹਾਂ ਪਤ ਰੱਖ ਬਨਵਾਰੀਆ ਮੇਰੇ ਮਨਾ। ਅੱਗੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਕਿਰਪਾ ਕੀਤੀ, ਕਹਿੰਦੇ ਹੇ ਮੇਰੇ ਮਨਾ ਸਾਧੂ ਸੰਗਮੇ ਹਾਂ। ਸਾਧੂ ਸੰਗਮੇ ਭਾਵ ਕੇ ਗੁਰੂ ਦੀ ਸੰਗਤ ਵਿੱਚ ਰਿਹਾ, ਸਤਿਗੁਰੂ ਦੀ ਸੰਗਤ ਵਿੱਚ ਰਹਿ ਪੂਰਨ ਸੰਜਮੇ ਹਾਂ। ਹੇ ਮੇਰੇ ਮਨਾ ਗੁਰੂ ਦੀ ਸੰਗਤ ਵਿੱਚ ਰਿਹਾ ਉਹ ਜੁਗਤ ਪੂਰਨ ਤੌਰ 'ਤੇ ਆ ਜਾਂਦੀ ਹੈ ਜਿਸ ਨਾਲ ਗਿਆਨ ਇੰਦਰੀ ਵਸ ਵਿੱਚ ਆ ਜਾਂਦੇ ਨੇ। ਸਾਧੂ ਸੰਗਮੇ ਹਾਂ ਪੂਰਨ ਸੰਜਮੇ ਹਾਂ, ਪੂਰਨ ਤੌਰ 'ਤੇ ਸੰਜਮ ਆ ਗਿਆ। ਉਹ ਜੁਗਤ ਪ੍ਰਾਪਤ ਹੋ ਗਈ ਜਦੋਂ ਤੂੰ ਗੁਰੂ ਦੀ ਸੰਗਤ ਕਰੇਗਾ, ਸਤਿਗੁਰੂ ਦੀ ਸੰਗਤ ਵਿੱਚ ਬੈਠੇਗਾ, ਸਤਿਗੁਰੂ ਦੇ ਉਪਦੇਸ਼ ਨੂੰ ਧਾਰਨ ਕਰੇਗਾ ਤਾਂ ਗੱਲ ਚੇਤੇ ਰੱਖੀ ਆ ਜਿਹੜੇ ਤੇਰੇ ਗਿਆਨ ਇੰਦਰੀ ਕਰਮ ਇੰਦਰੀ ਹੈ ਇਹ ਤੇਰੇ ਵਸ ਵਿੱਚ ਆ ਜਾਣਗੇ। ਇਹ ਪੂਰਨ ਤੌਰ 'ਤੇ ਤੈਨੂੰ ਸੰਜਮ ਹੋ ਜਾਵੇਗਾ, ਭਾਵ ਕਿ ਇਹਨਾਂ ਨੂੰ ਆਪਣੇ ਵਸ ਵਿੱਚ ਕਰ ਲਵੇਂਗਾ। ਫਿਰ ਜਬ ਤੇ ਛੁੱਟੇ ਆਪ ਹਾਂ ਤਬ ਤੇ ਮਿਟੇ ਤਾਪ ਹਾਂ। ਜਬ ਤੇ ਛੁੱਟੇ ਆਪ ਹਾਂ, ਅਤੇ ਜਿਸ ਵੇਲੇ ਮਨੁੱਖ ਦੇ ਅੰਦਰੋਂ ਆਪ ਭਾਵ ਕਿ ਹਉਮੈ ਮੈਂ ਮੇਰੀ ਹੰਕਾਰ ਮੁੱਕ ਜੇ ਤਬ ਤੇ ਮਿਟੇ ਤਾਪ ਹਾਂ। ਕਹਿੰਦੇ ਪਰ ਸਤਿਗੁਰੂ ਦੀ ਓਟ ਦੇ ਨਾਲ ਨਾ, ਸਤਿਗੁਰੂ ਦੀ ਓਟ ਠੀਕ ਜਾਪਦੀ ਅਤੇ ਉਸ ਵੇਲੇ ਫਿਰ ਮਨ ਤੋਂ ਸਾਰੇ ਦੁੱਖ ਜਿਹੜੇ ਹੈ, ਸਾਰੇ ਕਲੇਸ਼ ਜਿਹੜੇ ਹੈ, ਜਾਂ ਕਹੀਏ ਤਿੰਨੇ ਜਿਹੜੇ ਤਾਪ ਹੈ ਆਦ ਵਿਆਦ ਅਤੇ ਉਪਾਦ, ਇਹ ਤਿੰਨੇ ਹੀ ਤਾਪ ਖਤਮ ਹੋ ਜਾਣਗੇ। ਕਿਵੇਂ? ਧਿਆਨ ਦਿਓ। ਸਤਿਗੁਰੂ ਕਹਿੰਦੇ ਜਬ ਤੇ ਛੁੱਟੇ ਆਪ ਹਾਂ। ਹੇ ਮੇਰੇ ਮਨਾ ਜਦੋਂ ਮਨੁੱਖ ਦੇ ਅੰਦਰੋਂ ਆਪਾ ਭਾਵ ਖਤਮ ਹੋ ਜਾਵੇ, ਜਦੋਂ ਮਨੁੱਖ ਦੇ ਅੰਦਰ ਹੰਕਾਰ ਖਤਮ ਹੋ ਜਾਵੇ, ਹਉਮੈ ਖਤਮ ਹੋ ਜਾਵੇ, ਫਿਰ ਕਹਿੰਦੇ ਸਾਰੇ ਦੁੱਖ ਅਤੇ ਕਲੇਸ਼ ਦੂਰ ਹੋ ਗਏ। ਕਿਉਂ ਹੋ ਗਏ? ਕਿਉਂਕਿ ਸਾਰੇ ਕਲੇਸ਼ ਦੀ ਜੜ ਜਿਹੜੀ ਆ ਨਾ ਆ ਹਉਮੈ ਹੈ, ਹੰਕਾਰ ਹੈ। ਹਉਮੈ ਜਿਹੜੀ ਆ ਨਾ ਹਉਮੈ ਸਾਰੇ ਕਲੇਸ਼ਾਂ ਨੂੰ ਅਤੇ ਸਾਰੇ ਦੁੱਖਾਂ ਨੂੰ ਜਨਮ ਦਿੰਦੀ ਹੈ। ਹਉਮੈ ਕਰਕੇ ਹੰਕਾਰ ਕਰਕੇ ਅਸੀਂ ਸਾਰੇ ਦੁੱਖ ਸਹੇੜ ਲੈਂਦੇ ਹਾਂ, ਅਤੇ ਜਿੱਦੇ ਹਉਮੈ ਮਨ 'ਚੋਂ ਨਿਕਲ ਜਾਵੇ, ਜਿੱਦੇ ਹਉਮੈ ਨਿਕਲ ਗਈ ਨਾ, ਜਬ ਤੇ ਛੁੱਟੇ ਆਪ ਹਾਂ ਤਬ ਤੇ ਮਿਟੇ ਤਾਪ ਹਾਂ। ਭਾਈ ਜਿੱਦੇ ਮਨ ਦੇ ਵਿੱਚੋਂ ਹਉਮੈ ਖਤਮ ਹੋ ਜਾਵੇ, ਹੰਕਾਰ ਖਤਮ ਹੋ ਜਾਵੇ, ਫਿਰ ਤਿੰਨੇ ਜਿਹੜੇ ਤਾਪ ਨੇ, ਤਬ ਤੇ ਮਿਟੇ ਤਾਪ ਹਾਂ, ਤਿੰਨੇ ਹੀ ਤਾਪ ਭਾਵ ਕਿ ਸਾਰੇ ਆਤਮਕ ਦੁੱਖ, ਸਰੀਰਕ ਦੁੱਖ,
ਮਾਨਸਿਕ ਦੁੱਖ, ਬਾਹਰੀ ਦੁੱਖ, ਸਾਰੇ ਦੁੱਖ ਖਤਮ ਹੋ ਜਾਂਦੇ ਹਨ। ਕਿਰਪਾ ਧਾਰੀਆ ਹਾਂ ਪਤ ਰੱਖ ਬਨਵਾਰੀਆ ਮੇਰੇ ਮਨਾ। ਅੱਗੇ ਸਤਿਗੁਰੂ ਕਹਿੰਦੇ ਭਾਈ ਗੁਰੂ ਦੀ ਸੰਗਤ ਵਿੱਚ ਰਹਿ ਕੇ ਅਰਦਾਸ ਕਰਿਆ ਕਰੋ, ਬੇਨਤੀਆਂ ਕਰਿਆ ਕਰੋ, ਜੋਦੜੀਆਂ ਕਰਿਆ ਕਰੋ, ਬੇਨਤੀ ਕਰਿਆ ਕਰੋ ਤੇ ਆਖੀਏ ਹੇ ਜਗਤ ਦੇ ਮਾਲਕ ਮੇਰੇ ਦਾਤਾ ਜੀ ਮੇਰੇ ਉੱਤੇ ਨਦਰੇ ਕਰਮ ਕਰ, ਕਿਰਪਾ ਧਾਰੀਆ ਹਾਂ। ਦਾਤਾ ਮੈਂ ਤੇਰੇ ਦਰ ਤੇ ਆ ਗਿਆ ਤੇ ਹੁਣ ਕਿਰਪਾ ਕਰ, ਮੇਰੇ ਤੇ ਨਦਰੇ ਕਰਮ ਕਰ। ਤੇ ਅੱਗੇ ਮੰਗਣਾ ਕੀ ਹੈ? ਪਤ ਰੱਖ ਬਨਵਾਰੀਆ। ਹੇ ਮੇਰੇ ਦਾਤਾ ਤੁਸੀਂ ਸ਼ਰਨ ਆਇਆਂ ਦੀ ਲਾਜ ਰੱਖਣ ਵਾਲੇ ਹੋ, ਸ਼ਰਨ ਆਇਆਂ ਦੀ ਪਤ ਰੱਖਣ ਵਾਲੇ ਹੋ। ਮੈਂ ਤੇਰੇ ਦਰ ਤੇ ਆ ਕੇ ਡਿੱਗਿਆ, ਤੂੰ ਮੇਰੇ ਤੇ ਮਿਹਰ ਕਰੀ, ਮੇਰੀ ਸ਼ਰਨ ਪੈ ਦੀ ਇੱਜ਼ਤ ਰੱਖ ਲਾ। ਕਿਰਪਾ ਕਰ, ਮੈਂ ਤੇਰੀ ਸ਼ਰਨ ਵਿੱਚ ਪਿਆ ਤੇ ਮੇਰੀ ਇੱਜ਼ਤ ਰੱਖਣੀ ਕਰ। ਇਹ ਸੁਖ ਜਾਣੀਏ ਹਾਂ ਹਰ ਕਰੇ ਸੋ ਮਾਨੀਏ ਹਾਂ। ਮੰਦਾ ਨਾਹੀ ਕੋਏ ਹਾਂ ਤਿਸ ਕਾ ਪ੍ਰਭ ਸੋਏ ਹਾਂ। ਅੰਤਰਗਤ ਬੁੱਝੇ ਹਾਂ ਸਭ ਕਿਛ ਤਿਸ ਸੁਝੇ ਹਾਂ। ਪਤਤ ਆਧਾਰ ਲੇਹੋ ਹਾਂ ਨਾਨਕ ਅਰਦਾਸ ਇਹੋ ਮੇਰੇ ਮਨਾ। ਅੱਗੇ ਸਤਿਗੁਰੂ ਜੀ ਨੇ ਕਿਰਪਾ ਕੀਤੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਖਸ਼ਿਸ਼ ਕਰਕੇ ਅੱਗੇ ਫਰਮਾਨ ਕੀਤਾ ਹੈ ਕਿ ਭਾਈ ਇਹੋ ਸੁਖ ਜਾਣੀਏ ਹਾਂ ਹਰ ਕਹੇ ਸੋ ਮੰਨੀਏ ਹਾਂ। ਮੰਦਾ ਨਾਹੇ ਕੋਏ ਹਾਂ ਸੰਤ ਗਿਰੇਨ ਹੋਇਆ। ਕਹਿੰਦੇ ਹੈ ਮੇਰੇ ਮਨਾ ਜੋ ਕੁਝ ਵੀ ਪ੍ਰਮਾਤਮਾ ਕਰਦਾ ਉਸ ਨੂੰ ਮਿੱਠਾ ਕਰਕੇ ਮੰਨਣਾ ਕਰ। ਜੋ ਕੁਝ ਵੀ ਉਹ ਅਕਾਲ ਪੁਰਖ ਪਰਮਾਤਮਾ ਕਰਦਾ ਉਹਨੂੰ ਮਿੱਠਾ ਕਰਕੇ ਮੰਨ। ਹਰ ਕਰੇ ਸੋ ਮੰਨੀਏ ਹਾਂ। ਹੇ ਮੇਰੇ ਮਨਾ ਜੋ ਕੁਝ ਵੀ ਪਰਮਾਤਮਾ ਕਰਦਾ ਹੈ ਉਸ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ ਤੇ ਇਸੇ ਨੂੰ ਹੀ ਸੁੱਖ ਦਾ ਮੂਲ ਵੀ ਸਮਝਣਾ ਚਾਹੀਦਾ ਹੈ। ਇਹ ਸੁੱਖ ਜਾਣੀਏ ਕਿਉਂ ਕਿ ਜੋ ਕੁਝ ਵੀ ਪਰਮਾਤਮਾ ਕਰਦਾ ਸਤਿਗੁਰੂ ਕਹਿੰਦੇ ਉਹਨੂੰ ਮਿੱਠਾ ਕਰਕੇ ਮੰਨ। ਹੁਣ ਇੱਥੇ ਸਤਿਗੁਰੂ ਨੇ ਕੇਵਲ ਸਾਨੂੰ ਕਹਿਣ ਦੀ ਗੱਲ ਨਹੀਂ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸਾਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਕਰਕੇ ਦਿਖਾ ਦਿੱਤਾ। ਮੇਰੇ ਸਤਿਗੁਰੂ ਤਤੀ ਤਵੀ ਤੇ ਬੈਠੇ ਵੀ ਕਹਿੰਦੇ ਨੇ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਸਤਿਗੁਰੂ ਕਹਿਣ ਲੱਗੇ ਜੋ ਕੁਝ ਵੀ ਪਰਮਾਤਮਾ ਕਰ ਰਿਹਾ ਹੈ ਉਹਨੂੰ ਮਿੱਠਾ ਕਰਕੇ ਮੰਨ ਲਾ। ਮੰਨਣਾ ਚਾਹੀਦਾ ਵੀ ਹੈ ਕਿਉਂਕਿ ਜੇ ਨਾ ਮੰਨਾਂਗੇ ਫਿਰ ਅਸੀਂ ਉਸ ਪਰਮਾਤਮਾ ਦਾ ਕਰ ਵੀ ਕੀ ਸਕਦੇ ਹਾਂ। ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲੈਣਾ। ਸਤਿਗੁਰੂ ਕਹਿੰਦੇ ਇਹਦੇ 'ਚ ਸੁੱਖ ਆ ਸਾਰਾ। ਇਹ ਸੁੱਖ ਜਾਣੀਏ ਹਾਂ ਜੇਕਰ ਤੂੰ ਉਸ ਦੇ ਭਾਣੇ ਨੂੰ ਨਾ ਮੰਨੇ ਫਿਰ ਦੁਖੀ ਹੋਵੇਂਗਾ। ਕਰ ਤੂੰ ਕੁਝ ਸਕਦਾ ਨਹੀਂ ਫਿਰ ਸਾਰੀ ਉਮਰ ਤੇਰੀ ਦੁੱਖਾਂ ਵਿੱਚ ਬਤੀਤ ਹੋਵੇਗੀ। ਤੇ ਜੇ ਤੂੰ ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲਵੇਂ ਕਿ ਭਾਈ ਜਿਹੜਾ ਵੀ ਮੈਨੂੰ ਦੁੱਖ ਜਾਂ ਸੁੱਖ ਆਇਆ ਹੈ ਇਹ ਹੈ ਮੇਰੇ ਕਰਮਾਂ ਦਾ ਫਲ, ਇਹ ਮੈਂ ਆਪਣੇ ਕੀਤੇ ਹੋਏ ਪ੍ਰਾਰਬਧ ਕਰਮ
ਉਹਨਾਂ ਦੇ ਅਨੁਸਾਰ ਜੋ ਮੈਂ ਕਰਮ ਕੀਤੇ ਉਹਦਾ ਮੈਨੂੰ ਫਲ ਮਿਲਿਆ ਹੈ। ਸਤਿਗੁਰੂ ਕਹਿੰਦੇ ਬਸ ਆਹ ਹੀ ਸੁੱਖ ਹੈ ਕਿ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲੈਣਾ ਚਾਹੀਦਾ, ਇਸੇ ਨੂੰ ਇਹ ਸੁੱਖ ਦਾ ਮੂਲ ਸਮਝਣਾ ਚਾਹੀਦਾ। ਅਤੇ ਅੱਗੇ ਸਤਿਗੁਰੂ ਕਹਿੰਦੇ ਹੇ ਮਨਾ ਮੰਦਾ ਨਾਹੇ ਕੋਏਹਾ ਸੰਤ ਕੀ ਰੇਨ ਹੋਏਹਾ। ਹੇ ਮੇਰੇ ਮਨਾ ਜਿਹੜਾ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ ਜੇ ਉਸ ਨੂੰ ਜਗਤ ਵਿੱਚ ਕੋਈ ਭੈੜਾ ਨਜ਼ਰ ਹੀ ਨਹੀਂ ਆਉਂਦਾ। ਫਿਰ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ। ਫਿਰ ਉਹ ਕਹਿੰਦਾ ਮੈਂ ਚੰਗਾ ਨਹੀਂ, ਪਰ ਜਗਤ ਵਿੱਚ ਮੈਨੂੰ ਨਜ਼ਰ ਬੁਰਾ ਕੋਈ ਨਹੀਂ ਆ ਰਿਹਾ। ਸਾਰਿਆਂ ਤੋਂ ਬੁਰਾ ਮੈਂ ਆ, ਮੈਥੋਂ ਸਾਰੇ ਚੰਗੇ ਆ। ਇਹ ਅਵਸਥਾ ਉਹਦੇ ਬਣਨੇ ਜਿਹਦੇ ਸੰਤ ਕੀ ਰੇਨ ਹੋਏ ਹਨ। ਜਦੋਂ ਭਾਈ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ ਜਾਈਏ, ਫਿਰ ਜਿਹੜਾ ਧੂੜ ਬਣ ਗਿਆ ਸੰਤ ਜਨਾਂ ਦੇ ਚਰਨਾਂ ਦੇ, ਸਤਿਗੁਰੂ ਦੇ ਚਰਨਾਂ ਦੀ ਬਣ ਜੇ ਧੂੜ, ਸਤਿਗੁਰੂ ਦੇ ਉਪਦੇਸ਼ ਨੂੰ ਹਿਰਦੇ ਅੰਦਰ ਜਿਹੜੇ ਨੇ ਵਸਾ ਲਿਆ, ਉਹਨੂੰ ਜਗਤ ਵਿੱਚ ਕੋਈ ਭੈੜਾ ਨਜ਼ਰ ਨਹੀਂ ਆਉਂਦਾ, ਉਹਨੂੰ ਜਗਤ ਵਿੱਚ ਕੋਈ ਮੰਦਾ ਨਜ਼ਰ ਨਹੀਂ ਆਉਂਦਾ, ਉਹਨੂੰ ਜਗਤ ਦੇ ਵਿੱਚ ਸਾਰੇ ਹੀ ਚੰਗੇ ਨਜ਼ਰ ਆਉਂਦੇ ਨੇ। ਆਪੇ ਜਿਸ ਰੱਖੇ ਹਾਂ ਅੰਮ੍ਰਿਤ ਅੰਮ੍ਰਿਤ ਸੋ ਚਖੇ ਮੇਰੇ ਮਨਾ। ਕਹਿੰਦੇ ਭਾਈ ਮੇਰੇ ਮਨਾ ਪ੍ਰਮਾਤਮਾ ਆਪ ਜਿਸ ਮਨੁੱਖ ਨੂੰ ਵਕਾਰਾਂ ਦੇ ਵੱਲੋਂ ਬਚਾਵੇ, ਕਿਰਪਾ ਕਰੇ, ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਹਰੀ ਨਾਮ ਦੇ ਜਲ ਨੂੰ, ਉਸ ਅੰਮ੍ਰਿਤ ਜਲ ਨੂੰ ਪੀਂਦਾ ਹੈ। ਕੌਣ ਪੀਂਦਾ? ਹਰ ਅੰਮ੍ਰਿਤ ਸੋ ਚੱਖੇ ਮੇਰੇ ਮਨਾ। ਕੌਣ? ਆਪੇ ਜਿਸ ਰੱਖੇ ਆ, ਜਿਹਦੇ ਉੱਤੇ ਆਪ ਅਕਾਲ ਪੁਰਖ ਪਰਮਾਤਮਾ ਆਪ ਨਦਰੇ ਕਰਮ ਕਰਕੇ ਵਕਾਰਾਂ ਦੇ ਵੱਲੋਂ ਬਚਾਵੇ, ਸਤਿਗੁਰੂ ਦੇ ਚਰਨਾਂ ਨਾਲ ਜੋੜੇ। ਬਸ ਕਹਿੰਦੇ ਉਹੀ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਨਾਮ ਜੋ ਉਸ ਪਰਮਾਤਮਾ ਦੇ ਨਾਮ ਜਲ ਨੂੰ ਪੀਂਦਾ ਹੈ। ਜਿਸ ਕਾ ਨਾਹੇ ਕੋਏਹਾ ਤਿਸ ਕਾ ਪ੍ਰਭੂ ਸੋਏਹਾ। ਅੰਤਰਗਤ ਬੁੱਝੇਹਾ ਸਭ ਕਿਛ ਤੇ ਸੁਝੇਹਾ। ਪਤਤ ਆਧਾਰ ਲੇਹੋਹਾ ਨਾਨਕ ਅਰਦਾਸ ਇਹੋ ਮੇਰੇ ਮਨਾ। ਅੱਗੇ ਸਤਿਗੁਰੂ ਕਹਿੰਦੇ ਭਾਈ ਜਿਸ ਕਾ ਨਾਹੇ ਕੋਏਹਾ ਤਿਸ ਕਾ ਪ੍ਰਭੂ ਸੋਇਆ। ਹੈ ਮੇਰੇ ਮਨਾ ਇੱਕ ਗੱਲ ਇਹ ਵੀ ਚੇਤੇ ਰੱਖੇ, ਜਿਸ ਮਨੁੱਖ ਦਾ ਕੋਈ ਵੀ ਸਹਾਈ ਨਹੀਂ ਬਣਦਾ, ਜਿਹਦਾ ਕੋਈ ਵੀ ਸਹਾਇਕ ਨਹੀਂ, ਕਹਿੰਦੇ ਫਿਰ ਉਹ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਪਵੇ, ਉਹ ਅਕਾਲ ਪੁਰਖ ਦਾਤਾ ਫਿਰ ਉਹਦਾ ਰਾਖਾ ਬਣ ਜਾਂਦਾ ਹੈ। ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ, ਸਭੋ ਭਜੇ ਆਸਨਾ ਚੁੱਕੇ ਸਭ ਅਸਰਾਓ। ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਓ। ਭਾਈ ਫਿਰ ਉਹਨੂੰ ਤਤੀ ਵਾਹ ਵੀ ਨਹੀਂ ਲੱਗਦੀ ਜਿਹਨੂੰ ਰੱਬ ਚੇਤੇ ਆ ਜਾਵੇ। ਭਾਵ ਕਿ ਦੁਸ਼ਮਣ ਚੜ੍ਹ ਕੇ ਆ ਗਏ, ਲਾਗੂ ਹੋਏ ਦੁਸ਼ਮਣਾ, ਦੁਸ਼ਮਣ ਚੜ੍ਹ ਕੇ ਆ ਗਿਆ, ਸਾਕ ਵੀ ਭੱਜ ਖਲੇ। ਹੁਣ ਜਦੋਂ ਪਤਾ ਲੱਗਿਆ ਵੀ ਜਿਹੜਾ ਦੁਸ਼ਮਣ ਆ ਗਿਆ ਉਹ ਬੜਾ ਤਾਕਤਵਰ ਹੈ, ਸਾਰੇ ਸਾਥੀ ਸਾਥ ਛੱਡ ਕੇ ਭੱਜ ਗਏ। ਸਾਕ ਵੀ ਭੱਜ ਖਲੇ, ਸਾਰੇ ਆਸਰੇ ਖਤਮ ਹੋ ਗਏ। ਤਾਂ ਪਰ ਸਤਿਗੁਰੂ ਕਹਿੰਦੇ ਜਦੋਂ ਉਸ ਰੱਬ ਨੂੰ ਚੇਤੇ ਕਰੇਗਾ ਨਾ ਤੇ ਤੈਨੂੰ ਤੱਤੀ ਵਾਹ ਵੀ ਨਹੀਂ ਲੱਗ ਸਕਦੀ। ਤੇ ਸਤਿਗੁਰੂ ਜਿਸ ਕਾ ਨਾਹੇ ਕੋਏਹਾ, ਜਿਹਦਾ ਕੋਈ ਵੀ ਸਹਾਰਾ ਨਹੀਂ, ਜਿਸ ਮਨੁੱਖ ਨੂੰ ਕੋਈ ਵੀ ਆਦਰ ਸਤਿਕਾਰ ਨਹੀਂ ਦਿੰਦਾ, ਜਿਸ ਮਨੁੱਖ ਦਾ ਕੋਈ ਬਣਦਾ ਨਹੀਂ, ਤਿਸ ਕਾ ਪ੍ਰਭ ਸੋਏਹਾ। ਭਾਈ ਉਹ ਜਿਹੜਾ ਅਕਾਲ ਪੁਰਖ ਪਰਮਾਤਮਾ ਨਾ, ਉਹ ਫਿਰ ਉਹਦਾ ਬਣਦਾ ਰਾਖਾ ਬਣਦਾ ਹੈ। ਜੇ ਉਹਦੀ ਸ਼ਰਨ ਵਿੱਚ ਆ ਜਾਈਏ ਤਾਂ
ਜਿਹੜਾ ਉਹਦੀ ਸ਼ਰਨ ਵਿੱਚ ਆ ਗਿਆ ਫਿਰ ਉਹਦੀ ਉਹ ਰਾਖੀ ਆਪ ਕਰਦਾ ਹੈ। ਉਹ ਪ੍ਰਮਾਤਮਾ ਹਰੇਕ ਦੇ ਦਿਲਾਂ ਦੀ ਗੱਲ ਜਾਣ ਲੈਂਦਾ ਹੈ ਅੰਤਰਗਤ। ਕਹਿੰਦੇ ਭਾਈ ਉਹ ਜਿਹੜਾ ਦਾਤਾ ਨਾ ਅੰਤਰਗਤ ਬੁੱਝੇ ਹਾਂ, ਉਹ ਹਰੇਕ ਜੀਵ ਦੇ ਅੰਦਰ ਦੀ ਗੱਲ ਜਾਣਨ ਦਾ ਸਮਰੱਥ ਹੈ। ਅੰਤਰਗਤ ਅੰਦਰ ਦੇ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਅੰਤਰਜਾਮੀ ਹੈ। ਸਭ ਕੁਝ ਤਿਸ ਸੁੱਝੇ ਹਾਂ। ਸਤਿਗੁਰੂ ਕਹਿੰਦੇ ਸੁਣ, ਉਹ ਜਿਹੜਾ ਪ੍ਰਮਾਤਮਾ ਨਾ ਹਰੇਕ ਜੀਵ ਦੇ ਹਰੇਕ ਮਨੋਕਾਮਨਾ ਦੀ ਸਮਝ ਆ ਜਾਂਦੀ ਉਸ ਨੂੰ। ਸਭ ਕੁਝ ਸੁੱਝੇ ਹਾਂ, ਉਹਨੂੰ ਪਤਾ ਵੀ ਇਹ ਮੇਰੇ ਦਰ ਤੋਂ ਕੀ ਮੰਗਦਾ ਹੈ। ਉਸ ਦਾਤੇ ਨੂੰ ਇਹ ਵੀ ਪਤਾ ਹੈ ਜਿਹੜਾ ਬੋਲ ਤੇਰੇ ਜ਼ਬਾਨ 'ਤੇ ਨਹੀਂ ਆਇਆ, ਬਾਹਰ ਤੋਂ ਬੋਲਿਆ ਨਹੀਂ, ਤੇਰੇ ਅੰਦਰ ਦਾ ਫੁਰਨਾ ਹੈ, ਕੇਵਲ ਅੰਦਰ ਦੀ ਗੱਲ ਹੈ, ਕੇਵਲ ਤੇਰੇ ਅੰਦਰ ਵਿੱਚ ਫੁਰਨਾ, ਹਿਰਦੇ 'ਚ ਫੁਰਨਾ ਉੱਠਿਆ। ਸਤਿਗੁਰੂ ਕਹਿੰਦੇ ਉਹ ਤਾਂ ਤੇਰੇ ਫੁਰਨਿਆਂ ਨੂੰ ਵੀ ਜਾਣਦਾ ਹੈ। ਉਸ ਨੂੰ ਹਰੇਕ ਜੀਵ ਦੀ ਹਰੇਕ ਮਨੋਕਾਮਨਾ ਦੀ ਸਮਝ ਆ ਜਾਂਦੀ ਹੈ। ਇਸ ਵਾਸਤੇ ਹੈ ਮੇਰੇ ਮਨਾ ਪਰਮਾਤਮਾ ਦੇ ਦਰ 'ਤੇ ਫਿਰ ਸਤਿਗੁਰੂ ਕਹਿੰਦੇ ਇਉਂ ਅਰਦਾਸ ਕਰਿਆ ਕਰ। ਕਿਵੇਂ? ਨਾਨਕ ਅਰਦਾਸ ਇਹੋ ਮੇਰੇ ਮਨਾ। ਸਤਿਗੁਰੂ ਕਹਿੰਦੇ ਹੈ ਮੇਰੇ ਮਨਾ ਤੂੰ ਆ ਕੇ ਨਾ ਉਸ ਪਰਮਾਤਮਾ ਦੇ ਦਰ ਦੇ ਉੱਤੇ ਐਦਾਂ ਅਰਦਾਸ ਕਰਿਆ ਕਰ, ਇਉਂ ਅਰਜ਼ੋਈ ਕਰਿਆ ਕਰ, ਇਉਂ ਜੋਦੜੀ ਕਰਿਆ ਕਰ ਤੇ ਕਿਹਾ ਕਰ ਹੇ ਮੇਰੇ ਦਾਤਾ ਪਤਤ ਆਧਾਰ ਲੇਹੋ ਹਾਂ। ਹੇ ਮੇਰੇ ਦਾਤਾ ਜੀ ਤੁਸੀਂ ਤੇ ਪਤਤ ਪਾਵਨ ਹੋ, ਅੱਤ ਦੇ ਵਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਹੋ, ਵਕਾਰਾਂ ਵਿੱਚ ਡਿੱਗਿਆਂ ਨੂੰ ਪਵਿੱਤਰ ਕਰਨ ਵਾਲੇ ਹੋ। ਤੇ ਹੇ ਮੇਰੇ ਦਾਤਾ ਸਾਨੂੰ ਵਕਾਰਾਂ ਵਿੱਚ ਡਿੱਗੇ ਜੀਵਾਂ ਨੂੰ ਵਕਾਰਾਂ ਤੋਂ ਬਚਾਉਣਾ ਕਰ। ਤੇਰੇ ਦਰ 'ਤੇ ਮੇਰੀ ਬਸ ਇਹੀ ਅਰਦਾਸ ਹੈ, ਇਹ ਮੇਰੀ ਜੋਦੜੀ ਹੈ ਤੇਰੇ ਦਰ 'ਤੇ ਕਿ ਦਾਤਾ ਮੈਂ ਔਗੁਣਾਂ ਦਾ ਭਰਿਆ ਹੋਇਆ ਹਾਂ, ਜੇਤੇ ਸਮੁੰਦ ਸਾਗਰ ਨੀਰ ਭਰਿਆ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਸ਼ਮੀਰ ਅਪਾਵੋ, ਡੁੱਬਦੇ ਪੱਥਰ ਤਾਰੇ। ਦਾਤਾ ਤੁਸੀਂ ਤਾਂ ਡੁੱਬਦੇ ਹੋਏ ਪੱਥਰਾਂ ਨੂੰ ਵੀ ਤਾਰਨ ਵਾਲੇ ਹੋ। ਭਾਵ ਕਿ ਪੱਥਰ ਦਿਲ ਅਨੁਸਾਨ ਡੁੱਬਦੇ ਪੱਥਰ, ਜਿਹੜੇ ਪੱਥਰ ਦਿਲ ਇਨਸਾਨ ਨੇ, ਉਹਨਾਂ ਮਨੁੱਖਾਂ ਨੂੰ ਵੀ ਤੁਸੀਂ ਕਿਰਪਾ ਕਰਕੇ ਤੁਹਾਡੀ ਸ਼ਰਨ ਵਿੱਚ ਆ ਜਾਵੇ। ਤੁਸੀਂ ਕਿਰਪਾ ਕਰ ਦਿੰਦੇ ਹੋ, ਤਾਰ ਦਿੰਦੇ ਹੋ। ਮੇਰੇ ਤਾਂ ਔਗੁਣਾਂ ਦੀ ਗਿਣਤੀ ਕੋਈ ਨਹੀਂ। ਜੇਤਾ ਸਮੁੰਦ ਸਾਗਰ ਨੀਰ ਭਰਿਆ। ਦਾਤਾ ਜਿੰਨਾ ਸਮੁੰਦਰ ਦੇ ਵਿੱਚ ਪਾਣੀ ਹੈ, ਸਾਗਰਾਂ ਵਿੱਚ ਪਾਣੀ ਹੈ, ਤੇਤੇ ਔਗਣ ਹਮਾਰੇ, ਇੰਨੇ ਮੇਰੇ ਔਗਣ ਹੈ, ਇੰਨੇ ਔਗਣ ਹੈ ਮੇਰੇ। ਪਰ ਮੈਂ ਹੁਣ ਤੇਰੀ ਸ਼ਰਨ ਵਿੱਚ ਆ ਗਿਆ। ਨਾਨਕ ਅਰਦਾਸ ਇਹੋ ਮਰਾਂ, ਮੈਂ ਤੇਰੀ ਸ਼ਰਨ ਵਿੱਚ ਆਇਆ ਤੇ ਤੁਸੀਂ ਕਿਰਪਾ ਕਰੋ, ਕਿਰਪਾ ਕਰਕੇ ਮੈਨੂੰ ਇਹਨਾਂ ਵਕਾਰਾਂ ਤੋਂ ਬਚਾਓ, ਇਹਨਾਂ ਔਗਣਾਂ ਤੋਂ ਬਚਾਓ। ਬਸ ਤੇਰੇ ਦਰ 'ਤੇ ਮੇਰੀ ਇੱਕੋ ਇਹੀ ਅਰਦਾਸ ਹੈ। ਅਸਾਵਰੀ ਮਹੱਲਾ ਪੰਜਵਾਂ। ਇੱਕ ਤੁਕਾ ਓਏ ਪਰਦੇਸੀਆ ਹਾਂ, ਸੁਣਤ ਸਾਂ ਦੇਸਿਆ ਹਾਂ ਰਹਾਉ। ਜਹਾਂ ਸਿਉ ਰਚ ਰਹੇ ਹਾਂ, ਸਭ ਕੋ ਤਜ ਗਹੇ ਹਾਂ। ਅਗਲੇ ਪਾਵਨ ਸ਼ਬਦ ਅੰਦਰ ਸਤਿਗੁਰੂ ਕਹਿੰਦੇ ਭਾਈ ਓਏ ਪਰਦੇਸੀਆ ਹਾਂ, ਸੁਣਤ ਸੰਦੇਸਿਆ ਹਾਂ। ਭਾਈ ਜਗਤ ਦੇ ਵਿੱਚ 4 ਦਿਨਾਂ ਲਈ ਆਏ ਹਾਂ ਅਸੀਂ, ਪਰਦੇਸੀ ਹਾਂ ਅਸੀਂ। ਇਹ ਸੁਨੇਹਾ ਧਿਆਨ ਨਾਲ ਸੁਣਿਓ। ਹੁਣ ਸਤਿਗੁਰੂ ਸਾਨੂੰ ਸਮਝਾਉਂਦੇ ਆ, ਓਏ ਪਰਦੇਸੀਆ ਹਾਂ। ਭਾਈ ਅਸੀਂ ਤਾਂ ਪਰਦੇਸੀ ਹਾਂ। ਪਰਦੇਸੀ ਦੇ ਅਰਥ ਜਿਹਦਾ ਆਪਣਾ ਦੇਸ਼ ਨਹੀਂ ਹੈ। ਅਸੀਂ ਬਾਹਰਲੇ ਦੇਸ਼ ਵਿੱਚ ਗਏ, ਪਰਦੇਸੀ ਖਵਾਵਾਂਗੇ ਵੀ ਅਸੀਂ ਭਾਈ ਪਰਦੇਸੀ ਹਾਂ, ਕਿਉਂਕਿ ਸਾਡਾ ਦੇਸ਼ ਨਹੀਂ ਹੈ। ਸਤਿਗੁਰੂ ਕਹਿੰਦੇ ਜਿਸ ਮਾਤ ਲੋਕ ਵਿੱਚ ਤੁਸੀਂ ਵਸਦੇ ਹੋ, ਇੱਥੇ ਪਰਦੇਸੀ ਹੋ।
ओए परदेसिया हाँ इस मात लोक विच परदेसी है, तेरा देश नहीं है, ये तेरा घर नहीं, ये तेरा टिकाणा नहीं। फिर अगे सतगुर सुनत सदेसिया हाँ, कहते हुण मेरे ना संदेश नूं, मेरे सनेहे नूं ध्यान नाल सुनना करियो। ये सतगुरु सानू सुनेहा दे रहे हैं कि भाई मेरे इस संदेशे नूं, इस मेरे सुनेहे नूं ध्यान नाल सुनियो जे। हुण सुनेहा की दे रहे ने सब। अरहाऊ जां स्यों रच रहे हाँ, सब को तज गए हाँ। कहंदे सुन मेरा सुनेहा, कहंदे हे भाई तैथों पहलां इत्थे आए बड़े, तेरे तो पहला जास्यो रच रहे हाँ, सबको तज गए हाँ। कहंदे मेरा सुनेहा सुनी, ध्यान नाल सुनना करें कि तेरे तो पहला इत्थे आए हुए जीव जिस माया दे मोह च फसे रहे, आकर वो सारी नूं छड्ड के तो चले गए। जास्यो रच रहे हाँ, सबको तज गए, सबको तज सारे छड्ड के चले गए। कहंदे कल्ला तू नहीं माया विच फसिया, तेरे तो पहला जिन्ने भी जीव इस मातलोक ते आए वो सारे इस माया विच फसे सन। सारे कहंदे सन मेरी है मेरी मेरी, कहरों करते दर जोधन से पाई। सारे कहंदे सी मेरी है, पर होया कि मोह विच फस गए। अखीर की होया सबको तज गए हाँ। कहंदे आखिर नूं सारिआं नूं इस माया नूं छड्ड के जाना पै गया। ये माया नाल नहीं गई किसी दे, ये इत्थे दी इत्थे है। इस करके सुपना जो भए हाँ, हर नाम जिन लए हाँ। कहंदे गल सुन, आ जिहड़ी है ना माया, ये अज तक किसी दी बनी नहीं। किन्ना भी किसी ने धन जोड़िया, ये माया कदे किसी दे नाल नहीं जाती। बड़े दुनिया ते आए, जिहड़ा भी आया वो इस धन इस माया नूं छड्ड के इत्थों गया। हुण अगे सतगुर सुपना ज्यों पए हा, हर नाम जिन लए। कहंदे देख हुण कहंदे ये सुपने वांग हो गई। जिवें सुपना आया, सुपना झूठा है, सच नहीं हो सकता। कहंदे इसे तरह ये माया जिहड़ी है सुपने की तरह है, ये सुपने दे वांग हन। ते जिहड़े इत्थों चले गए वो भी सुपने वांग ही ने। हुण कहंदे उन्हां नूं कोई चेते भी नहीं करदा। हुण सानूं किन्ने के चेते है, साडी पीढ़ी दर पीढ़ी पता नहीं किन्नियां क सानूं छड्ड के चले गए। एक बंदे नूं, एक मनुख नूं कित्थों तक चेते होवेगा? उन्होंने पुछ के देखो ना, कितों तक चेते। वध तो वध दादे ते परदादे तो अगे उन्होंने नहीं पता साडा कौन कौन सी, की नाम सी उहदा, कित्थों मैं आया, किन्ने साडे रिश्तेदार सन, नहीं पता। हद तो हद दादा ते उदों अगे परदादे तो अगे नहीं पता। वो भी बहुत घट परदादियां दा पता हो किसी नूं, वध तो वध दादे तक दा पता हुंदा है। सतगुरु कहंदे भी इत्थों चले गए जिन्हां ने माया दे विच मोह पाया, फसे रहे। पर अखीर की होया, इस सारी माया नूं छड्ड के इत्थों चले गए। ते हुण उन्हां नूं कुछ सुपने विच भी चेते नहीं करदा, भाव कि सुपने की तरह हो गए। उन्हां नूं कोई भी चेते नहीं करदा। सुपना ज्यों भए हाँ, वो ऐ हो गए, बस सुपने की तरह हो गए। कोई भी उन्होंने चेते नहीं करता, किसी नूं नहीं पता। अगे हर नाम जिन लए, ते जिन्हां ने माया दे मोह नूं छड्ड के उस हरि परमात्मा दे नाम नूं जपना कीता, सतगुरु कहंदे फिर वो इस जगत तो चल तर गए। ते सतगुरु कहंदे फिर हे मना, तू माया दा मोह क्यों नहीं छड्डदा? तू माया दा मोह छड्ड ते परमात्मा दे नाम नूं चेते करिया कर। परमात्मा दा नाम तू याद नहीं करदा, माया दे विच फसिया
तो फिर तू क्यों माया का मोह छड्ड के परमात्मा का नाम याद नहीं करता। भाव कि माया के मोह नूं छड्ड उस अकाल पुरख दाते दे नाम नूं जपना कर। अगे सतगुरु ने समझाया, हर तज अन लगे हाँ, जन्म है मर भगे हाँ, हर हर जन लहे हाँ, जीवत से रहे हाँ, जिसे कृपाल होएगा नानक भगत सोए। अखीर विच इस पावन शब्द दे सतगुरु धन गुरु अर्जन देव महाराज जी ने कृपा की। सतगुरु कहन लगे, हर तज अन लगे है भाई, जेड़े मनुख हर तज, तज दे अर्थ है तज देना छड्ड देना। भाई जेड़े मनुख परमात्मा नूं भुला के अन लगे है, अन होर भाव के होर पदार्थां दे मोह विच फसे ने, वो जन्म ते मरण दे गेड़ विच भटकदे फिरदे हन। जन्म मर भगे हा, वो जन्म ते मरण दे गेड़ विच फस गए, जन्म ते मरण दे गेड़ विच पै गए, भटकदे ने। ਜਿਹੜੇ हर तज हरी नूं तज के परमात्मा नूं छड्ड के अन लगे होर पदार्थां नाल जिन्हां ने प्यार बना लिया, फस गए उहदे मोह विच। सतगुरु कहंदे वो जन्म ते मरण दे गेड़ विच पै गए। हर हर जन लहे हाँ, जीवत से रहे हाँ। अगली गल कहंदे, जिस जिस मनुख ने अकाल पुरख परमेश्वर परमात्मा नूं लभ लिया, पा लिया, नाम नूं जपना कीता, जीवत से रहे हाँ भाई, वो आत्मक जीवन के मालक बन गए। वो आत्मक जीवन तक करके जिउंदे ने, उन्हां दी आत्मक जीवन जिहड़ा ना उच्चा ते सुच्चा हो गया, भाव के आत्मक तल ते जिउं रहे ने। वो जिसे कृपाल होएगा नानक भगत सोए। ते अगे सतगुरु कहंदे, पर हे नानक ये जीव दे वस की गल नहीं, ये सारा कुछ करना ना जीव दे वस की गल नहीं। भी माया नूं छड्ड देना, माया दे मोह तो निर्लेप हो जाना, उस अकाल पुरख परमात्मा दे नाम जल नूं पीना करना, जपना करना, कहंदे सारी जीवां दे वस की गल नहीं। फिर कहंदे जिसे कृपाल होए हाँ, भाई जिस मनुख दे उत्ते अकाल पुरख परमात्मा दयावान हुंदा है, आप नदरे कर्म करदा है, कृपा करदा है, नानक भगत सोए। सतगुरु कहंदे असल विच वो ही उस दाते दा भगत बनदा है। कोई उस दाते दे नाम नूं जपदा, जिहदे उत्ते अकाल पुरख परमात्मा आप कृपा कर दिंदा, दयावान हो जाता है, बख्शिश कर दिंदा है, वो उस दा फिर भगत बन जाता है। ते जिहड़ा उस परमात्मा का भगत बन गया, उहदी बंदगी करन लग पिया, उहदे भाणे विच रहन लग पिया, वो जन्म ते मरण दे गेड़ तो मुक्त हो जाता है। एक ओंकार सतगुर प्रसाद, राग आसा महला नावा, बिरथा कहो कौन स्यो मन की, लोभ गरस्यो दस हूँ दिस धावत, आसा लाग्यो धन की। अगला पावन शब्द धन गुरु तेग बहादुर महाराज जी 9वें पातशाह, विरागमई बाणी है। धन गुरु वाहिगुरु धन गुरु तेग बहादुर महाराज जी 9वें पातशाह। जिन्नी भी बाणी सतगुरु ने उचारण की है ना, सारी विरागमई है। सतगुरु ने कृपा की, समझा दिता भी रब एक है, भुलेखे च ना पै जिओ। एक ओंकार, वो परमात्मा एक है, उहदे नाम जिन्ने तू मर्जी रख लै, उन्होंने अल्लाह कह ला, वाहिगुरू कह ला, राम कह ला, रहीम कह ला, गौड कह ला, जो तू मर्जी ना रख ला, ये तेरे सारे किरतम नाम ने।
पर वो परमात्मा एक है, मिलता किवें है? सतगुर प्रसाद, सतगुरु की कृपा दे सदका। हुण अगे सतगुरु धन गुरु तेग बहादुर महाराज जी ने कृपा की, समझाया। कहते हे भाई बिरथा कहूँ कौन स्यों मन की लोभ ग्रस्यो, दस हूँ दिस धावत आसा लाग्यो धन की। कहते हे भाई मैं इस मनुखी मन की भैड़ी हालत किस नूं दसां? बिरथा कहूँ किनूं बिरथा सुणावां, किनूं हालत सुणावां इस मन की? कौन से मन की, इस मन की मैं अपनी गल किहदे कोले करां? ये मनुखी मन की जिहड़ी भैड़ी हालत है, ये दशा है, ये मैं किहदे कोले दसां? क्यों क्यों हरेक मनुख का हाल ये है। सतगुरु कहते किहदे कोले दुख रोईए? सब अपने दुख भरिया। कहते किहदे कोले दुख रोएगा? सारे अपने दुखों च भरे हुए आ। हुण ये मन की हालत बयान किहदे कोले करिए? क्योंकि हर एक दे मन की हालत ही ये है। वो हालत की है? लोभ ग्रस्यो दस हूँ दिस धावत आसा लाग्यो धन की। कहते भाई लोभ च फसिया होया ये मन दसी पासी फिर दौड़दा फिरदा है। लोभ च फसिया होया ये मन किते नहीं टिकदा, ये दसे दिशावां विच दौड़दा है ते इहनूं धन जोड़न दी तृष्णा चंबड़ी हुई है। आसा लाग्यो धन की। कहते इस मन नूं किते टका ही नहीं। ये माया दे मोह विच लोभ च फसिया होया दसी दिशावां विच दौड़दा है। लोभ ग्रस्यो दस हूँ दिस धावत, दसां दिशावां दे विच धावत दौड़दा है। आसा लाग्यो धन की। सतगुरु कहंदे इहनूं धन जोड़न दी तृष्णा चंबड़ी हुई है। सैस कटे लख कुट धावे, तृप्त ना आवे माया पाछे पावे। सैस खट्टे लख कोट धावे, तृप्त ना आवे। कहते लख वाला हज़ारां वाला लखां ते, लखां वाला करोड़ां ते तृप्त ना आवे, पर तृष्णा फिर भी खत्म नहीं हुई। माया पाछे पाए, माया दे पिछे दौड़िया फिरदा है। धावत दौड़ना। कहते दसे दिशावां विच दौड़िया फिरदा। आसा लाग्यो धन की। ते केवल धन इकट्ठा करन दी इहनूं लालसा लगी हुई है। ये हालात आ मन दे। सतगुरु कहते धन गुरु तेग बहादुर महाराज जी कहते ये हालात आ हरेक दे मन दी, एक दी नहीं। कहते फिर ये मन की हालात बयान किहदे कोले करिए? क्योंकि सारियां दे मन की हालत ही ये है, तो ये बयान किहदे कोले कीता जावे? अगे सतगुरु कहते सुख के हेत बहुत दुख पावत, सेव करत जन जन की। द्वारे द्वार सवान ज्यों डोलत, दै सुध राम भजन की। कहते भाई सुख हासिल करने के लिए पता ये की करदा है? सुख के हेत बहुत दुख पावत। हुण सुखां दी खातर दौड़ भज करदा है ते दुखी हुंदा है। कहते भाई सुख हासिल करने वास्ते मन धिर धिर दी खुशामद करदा है, हर एक दी खुशामदी करदा है। सुख के हेत बहुत दुख पावत, सेव करत जन जन के। ये दुनियावी सुखां दे लई हर एक धिर धिर दी मथाजगी करदा फिर जाके। सेव करत जन जन की, हर एक दी मथाजगी करदा है। तो इस तरह फिर सुख की थां ते सगों फिर दुखी हुंदा है। सुख नहीं मिलता फिर, क्योंकि माया की खातर, सुखां की खातर हरेक की मथाजगी करता है। तो जो किसी की मथाजगी करेंगे सुख कित्थे मिलेगा? दुखी होवांगे ना। सुख की खातर किसी की मथाजगी करनी है, तो जिहदी मथाजगी करनी है फिर वो दुख देवेगा, सुख नहीं होवेगा उहदे कोले। सतगुरु कहते सुख के हेत बहुत दुख पावत, सेव करत जन जन की। जिहड़ी अगली गल कही ना, ये बड़े ध्यान नाल सुनियो। द्वारे द्वार सवान ज्यों डोलत। कहते सुखां की खातर
ਮਾਇਆ ਦੀ ਖਾਤਰ ਇਨਸਾਨ ਇੱਥੋਂ ਤੱਕ ਗਿਰ ਜਾਂਦਾ ਹੈ ਕਿ ਦੁਆਰੇ ਦੁਆਰ ਸਵਾਨ ਜਿਉਂ ਡੋਲਤ। ਕਹਿੰਦੇ ਫਿਰ ਹੁਣ ਸਤਿਗੁਰੂ ਕਹਿ ਰਹੇ ਨੇ ਗੱਲ, ਮੈਂ ਤਾਂ ਸਿਰਫ ਕੋਟ ਕਰ ਰਿਹਾ ਵਾਂ। ਕਹਿੰਦੇ ਕੁੱਤੇ ਦੀ ਵਾਂਗ, ਸਵਾਨ ਦੇ ਅਰਥ ਹੁੰਦੇ ਕੁੱਤਾ। ਦੁਆਰੇ ਦੁਆਰ ਸਵਾਨ ਜਿਉਂ ਡੋਲਤ। ਕਹਿੰਦੇ ਭਾਈ ਇਹ ਪਰ ਸੁੱਖਾਂ ਦੀ ਖਾਤਰ ਨਾ ਕੁੱਤੇ ਦੇ ਵਾਂਗ ਹਰੇਕ ਦਰ 'ਤੇ ਭਟਕਦਾ ਫਿਰਦਾ ਹੈ। ਦੁਆਰੇ ਦੁਆਰ, ਹਰ ਇੱਕ ਦੁਆਰ ਦੁਆਰ 'ਤੇ ਭਟਕਣਾ। ਕਿਹਦੇ ਵਾਂਗ? ਸਵਾਨ ਜਿਉਂ ਡੋਲਤ। ਸਵਾਨ ਦੇ ਅਰਥ ਨੇ ਕੁੱਤਾ। ਕਹਿੰਦੇ ਉਸ ਕੁੱਤੇ ਦੀ ਤਰ੍ਹਾਂ ਫਿਰ ਇਹ ਹਰ ਇੱਕ ਦੇ ਦੁਆਰ ਤੇ ਜਾਂਦਾ ਹੈ। ਨੈ ਸੁਧ ਰਾਮ ਭਜਨ ਕੀ, ਤੇ ਜਿੱਥੋਂ ਸੁੱਖ ਮਿਲਣਾ ਸੀ ਉਹਦੇ ਇਹਨੂੰ ਸੂਝੀ ਨਹੀਂ। ਨੈ ਸੁਧ ਰਾਮ ਭਜਨ ਕੀ। ਕਹਿੰਦੇ ਭਾਈ ਇਹ ਸੁੱਖਾਂ ਦੀ ਖਾਤਰ ਉਸ ਕੁੱਤੇ ਦੇ ਵਾਂਗ ਦੁਆਰ ਦੁਆਰ 'ਤੇ ਜਾ ਕੇ ਭਾਵ ਕੇ ਹਰੇਕ ਦਰ ਦੇ ਉੱਤੇ ਭਟਕਦਾ ਫਿਰਦਾ, ਪਰ ਇਸ ਨੂੰ ਪਰਮਾਤਮਾ ਦਾ ਭਜਨ ਕਰਨ ਦੀ ਸੁੱਝ ਨਹੀਂ ਪੈਂਦੀ। ਕਿਉਂਕਿ ਜਿਹੜੇ ਸੁੱਖ ਮਿਲਣੇ ਸੀ ਉਹ ਸੁੱਖ ਮਿਲਣੇ ਸੀ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਸਿਮਰਨ ਦੇ ਵਿੱਚੋਂ, ਉਹਦੇ ਭਜਨ 'ਚੋਂ, ਤੇ ਉਹ ਇਹ ਕਰਦਾ ਨਹੀਂ। ਮੁਖਤਾਜ਼ਗੀ ਕਰਦਾ ਦਰ ਦਰ ਦੀ ਸੁੱਖਾਂ ਦੀ ਖਾਤਰ, ਭਟਕਦਾ ਫਿਰਦਾ ਦਰ ਦਰ 'ਤੇ ਸੁੱਖਾਂ ਦੀ ਖਾਤਰ। ਸੁੱਖਾਂ ਦੀ ਥਾਂ 'ਤੇ ਇਹਨੂੰ ਦੁੱਖ ਮਿਲਦੇ ਆ। ਜਿੱਥੋਂ ਸੁੱਖ ਮਿਲਣਾ ਸੀ ਉਸ ਪਰਮਾਤਮਾ ਨੂੰ ਇਹ ਕਦੇ ਚੇਤੇ ਹੀ ਨਹੀਂ ਕਰਦਾ। ਨੈ ਸੁਧ ਰਾਮ ਭਜਨ ਕੀ, ਉਸ ਪਰਮਾਤਮਾ ਦੀ ਬੰਦਗੀ ਸਿਮਰਨ ਦੀ ਇਹਨੂੰ ਸੂਝ ਹੀ ਨਹੀਂ ਪੈਂਦੀ ਕਿ ਉਹਦੀ ਬੰਦਗੀ ਮੈਂ ਕਰਾਂ। ਅਖੀਰ ਵਿੱਚ ਸਤਿਗੁਰੂ ਕਹਿਣ ਲੱਗੇ, ਮਾਨਸ ਜਨਮ ਅਕਾਰਤ ਖੋਵਤ, ਲਾਜ ਨਾ ਲੋਕ ਹੱਸਣ ਕੀ। ਨਾਨਕ ਹਰ ਜਸ ਕਿਉਂ ਨਹੀਂ ਗਾਵਤ, ਕੁਮਤ ਬਨਾਸੇ ਤਨ ਕੀ। ਅੱਗੇ ਸਤਿਗੁਰੂ ਕਹਿੰਦੇ ਭਾਈ ਇਹ ਲੋਭ ਦੇ ਵਿੱਚ ਫਸਿਆ ਇਹ ਜੀਵ ਆਪਣਾ ਮਨੁੱਖਾ ਜਨਮ ਜਿਹੜਾ ਵਿਅਰਥ ਗਵਾ ਕੇ ਚਲਿਆ ਜਾਂਦਾ ਹੈ। ਮਾਨਸ ਜਨਮ ਅਕਾਰਤ ਖੋਵਤ, ਗਵਾ ਲਿਆ ਲੋਭ ਦੀ ਖਾਤਰ, ਲਾਲਚ ਦੀ ਖਾਤਰ, ਮਾਇਆ ਦੀ ਖਾਤਰ। ਕਹਿੰਦੇ ਲੋਭ 'ਚ ਫਸਿਆ ਹੋਇਆ ਇਹ ਜੀਵ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ। ਕਹਿੰਦੇ ਇਹਦੇ ਲਾਲਚ ਦੇ ਕਾਰਨ ਲੋਕਾਂ ਵੱਲੋਂ ਹੋ ਰਹੇ ਹਾਸੇ ਮਖੌਲ ਦੀ ਵੀ ਇਹ ਪਰਵਾਹ ਨਹੀਂ ਕਰਦਾ। ਇਹ ਵੀ ਇਹਨੂੰ ਸ਼ਰਮ ਨਹੀਂ ਆਉਂਦੀ। ਸਿੱਧੇ ਸ਼ਬਦ ਜੋ ਸਤਿਗੁਰੂ ਨੇ ਵਰਤੇ ਆ, ਲਾਜ ਨਾਲ ਲੋਕ ਹੱਸਣ ਕੀ। ਕਹਿੰਦੇ ਜਦੋਂ ਦੁਆਰ ਦੁਆਰ 'ਤੇ ਜਾਂਦਾ ਨਾ ਪੈਸੇ ਦੀ ਖਾਤਰ, ਧਨ ਦੀ ਖਾਤਰ ਮਥਾਜਗੀ ਕਰਦਾ, ਜਾਂ ਮੈਂ ਸਿੱਧੇ ਸ਼ਬਦ ਵਰਤਾਂ ਵੀ ਧਨ ਦੀ ਖਾਤਰ ਇਹ ਹਰ ਇੱਕ ਤਰ੍ਹਾਂ ਦੇ ਨਜਾਇਜ਼ ਤਰੀਕੇ ਵਰਤਦਾ ਅਤੇ ਦੁਨੀਆ ਨੂੰ ਵੇਖ ਵੇਖ ਹੱਸਦੀ, ਇਹਨੂੰ ਮਖੌਲ ਕਰਦੀ ਹੈ। ਕਹਿੰਦੇ ਪਰ ਇਹਨੂੰ ਕੋਈ ਪਰਵਾਹ ਨਹੀਂ ਕਿਸੇ ਦੀ, ਇਹਨੂੰ ਕੋਈ ਸ਼ਰਮ ਨਹੀਂ ਆਉਂਦੀ ਕਿ ਲੋਕ ਮੈਨੂੰ ਕੀ ਕਹਿਣਗੇ, ਦੁਨੀਆ ਮੈਨੂੰ ਕੀ ਕਹੇਗੀ। ਅਤੇ ਧਨ ਦੀ ਖਾਤਰ, ਮਾਇਆ ਦੇ ਮੋਹ ਦੀ ਖਾਤਰ ਦੁਆਰ ਦੁਆਰ 'ਤੇ ਭਟਕਦਾ ਫਿਰਦਾ, ਮਾੜੇ ਮਾੜੇ ਸੁੱਖਾਂ ਦੇ ਲਈ ਗੁਰੂ ਘਰ ਨੂੰ ਛੱਡ ਕੇ ਕਦੇ ਅੱਜ ਐਸ ਦੇ ਪੈਰੀ ਡਿੱਗ ਪੈਂਦਾ, ਅੱਜ ਐਸ ਕਬਰ 'ਤੇ ਜਾ ਮੱਥਾ ਟੇਕਿਆ, ਅੱਜ ਇਹਦੇ ਅੱਗੇ ਜਾ ਮੱਥਾ ਟੇਕਿਆ। ਦੁਨੀਆ ਹੱਸਦੀ ਹੈ, ਉਹ ਸ੍ਰੀ ਸਾਹਿਬ ਪਾਇਆ, ਇਹ ਗੁਰੂ ਦਾ ਸਿੱਖ ਹੈ, ਕਰਦਾ ਕੀ ਫਿਰਦਾ। ਲੋਕ ਹੱਸਦੇ ਆ ਨਾ ਜੀ। ਅੰਮ੍ਰਿਤਧਾਰੀ ਬੰਦਾ ਹੋਵੇ, ਅੰਮ੍ਰਿਤ ਪਾਨ ਕੀਤਾ ਗੁਰੂ ਦਾ ਸਿੱਖ ਹੋਵੇ, ਥਾਂ ਥਾਂ ਜਾ ਕੇ ਸਿਰ ਨਵਾਉਂਦਾ ਫਿਰੇ, ਥਾਂ ਥਾਂ ਜਾ ਕੇ ਕਬਰਾਂ ਨੂੰ ਮੱਥਾ ਟੇਕਦਾ ਫਿਰੇ। ਸਤਿਗੁਰੂ ਕਹਿੰਦੇ ਲਾਜ ਨਾਲ ਲੋਕ ਹੱਸਣ ਕੀ, ਲੋਕ ਮਖੌਲ ਕਰਦੇ, ਇਹਨੂੰ ਸ਼ਰਮ ਨਹੀਂ ਆਉਂਦੀ। ਕਹਿੰਦੇ ਭੋਰਾ ਵੀ ਸ਼ਰਮ ਨਹੀਂ ਆਉਂਦੀ ਇਹਨੂੰ। ਅੱਗੇ ਸਤਿਗੁਰੂ ਨਾਨਕ ਹਰ ਜਸ ਕਿਉਂ ਨਹੀਂ ਗਾਵਤ, ਕੁਮਤ ਬਨਾਸੇ ਤਨ ਕੀ। ਕਹਿੰਦੇ ਹੇ ਨਾਨਕ ਆਖ, ਹੇ ਜੀਵ ਤੂੰ ਇਹ ਸਾਰਾ ਕੁਝ ਛੱਡ ਕੇ ਆ ਸੁੱਖਾਂ ਦੀ ਖਾਤਰ ਭਟਕਦਾ ਜੋ ਫਿਰਦਾ ਹੈ, ਥੋੜ੍ਹੇ ਥੋੜ੍ਹੇ ਸੁੱਖਾਂ ਦੀ ਖਾਤਰ ਗੁਰੂ ਤੋਂ ਬੇਮੁਖ ਹੁੰਦਾ ਫਿਰਦਾ ਹੈ। ਭਲਿਆ ਨਾਨਕ ਹਰ ਜਸ ਕਿਉਂ ਨਹੀਂ ਗਾਵਤ। ਕਹਿੰਦੇ ਤੂੰ ਪਰਮਾਤਮਾ ਦੀ ਸਿਫਤ ਸਲਾਹ ਕਿਉਂ ਨਹੀਂ ਕਰਦਾ, ਜਿੱਥੋਂ ਤੈਨੂੰ ਸੁੱਖ ਮਿਲਦੇ ਆ ਉਸ ਦਾਤ ਤੇ ਇਹਨੂੰ ਚੇਤੇ ਕਿਉਂ ਨਹੀਂ ਕਰਦਾ ਤੂੰ। ਨਾਨਕ ਹਰ ਜਸ ਕਿਉਂ ਨਹੀਂ ਗਾਵਤ। ਸਤਿਗੁਰੂ ਕਹਿੰਦੇ ਹੇ ਜੀਵ ਤੂੰ ਪਰਮਾਤਮਾ ਦੀ ਸਿਫਤ ਸਲਾਹ ਕਿਉਂ ਨਹੀਂ ਕਰਦਾ। ਕਿਉਂ? ਸਿਫਤ ਸਲਾਹ ਦੀ ਬਰਕਤ ਨਾਲ ਹੀ ਕੁਮਤ ਬਨਾਸੇ ਤਨ ਕੀ। ਆ ਜਿਹੜੀ ਤੇਰੀ ਭੈੜੀ ਮੱਤ, ਜਿਹੜੀ ਖੋਟੀ ਮੱਤ ਲਈ ਫਿਰਦਾ ਨਾ, ਜਿਹੜੀ ਖੋਟੀ ਮੱਤ ਤੈਨੂੰ
ਇਹ ਵੀ ਨਹੀਂ ਸੂਝ ਰਹਿਣ ਦਿੰਦੀ ਕਿ ਨਹੀਂ ਤੂੰ ਗੁਰੂ ਦਾ ਸਿੱਖ ਹੈ, ਤੂੰ ਗੁਰੂ ਤੋਂ ਬਿਨਾਂ ਹੋਰ ਕਿਸੇ ਅੱਗੇ ਆ ਕੇ ਮੱਥਾ ਨਹੀਂ ਟੇਕਣਾ, ਕਿਸੇ ਹੋਰ ਅੱਗੇ ਜਾ ਕੇ ਝੋਲੀ ਨਾ ਅੱਡੀ। ਇਹ ਭੈੜੀ ਮੱਤ ਜਿਹੜੀ ਤੇਰੀ ਹੈ, ਸਤਿਗੁਰੂ ਕਹਿੰਦੇ ਪਤਾ ਕਿਵੇਂ ਖਤਮ ਹੋਣੀ ਹੈ, ਤੂੰ ਉਸ ਦਾਤੇ ਦੀ ਸਿਫਤ ਸਲਾਹ ਕਰਿਆ ਕਰ, ਉਸ ਦਾਤੇ ਦੀ ਬੰਦਗੀ ਕਰ। ਉਹਦੀ ਸਿਫਤ ਸਲਾਹ ਕਿਉਂ ਨਹੀਂ ਕਰਦਾ? ਕਿਉਂਕਿ ਸਿਫਤ ਸਲਾਹ ਦੀ ਬਰਕਤ ਹੀ ਐਸੀ ਹੋਵੇਗੀ, ਤੇਰੀ ਇਹ ਜਿਹੜੀ ਖੋਟੀ ਮੱਤ ਹੈ, ਕੁਮੱਤ, ਭੈੜੀ ਮੱਤ, ਕਹਿੰਦੇ ਇਹ ਦੂਰ ਹੋ ਜਾਵੇਗੀ ਜੀ। ਬੋਲਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।